ਦੇ। ਮੇਰਾ ਮਾਮੂ ਨੇ ਮੈਨੂੰ ਇਹ ਧਮਕੀ ਸਾਨੂੰ ਲਾਈ ਏ ਵੀ ਮੇਰੀ ਭੈਣ ਨੂੰ ਫੋਨ ਕਰਕੇ ਵੀ ਇੱਕ ਵਾਰੀ ਸਾਡੀ ਰਿਪੋਰਟ ਤੁਹਾਡੀ ਆ ਲੈਂਦੇ, ਮੈਂ ਤੁਹਾਡੇ ਨਾਲ ਫਿਰ ਨਹੀਂ ਬਣਾਉਣਾ। ਐ ਵਿਚਲੀ ਸਲੈਬ ਪੁੱਟੀ ਏ ਤੇ ਵੇਖਿਆ ਤੇ ਮੇਰੀ ਭੈਣ ਉਵੇਂ ਹੀ ਕਫਨ ਉਵੇਂ ਹੀ ਪਿਆ ਚਿੱਟਾ, ਕੋਈ ਕਫਨ ਦੇ ਵਿੱਚ ਕੋਈ ਐਸਾ ਦਾਗ ਨਹੀਂ ਸੀ ਵੀ ਹੁੰਦਾ ਨਾ। ਜਨਰੇਟਰ ਨਾਲ ਸਾਹ ਘੜੀਂਦਾ, ਉੱਠ ਕੇ ਦਰਵਾਜ਼ਾ ਖੜਕਾਂ ਦੇ, ਬੂਹਾ ਖੋਲਦੇ, ਕੁਛ ਵੀ ਹੁੰਦਾ। ਪਰ ਨਾਲੇ ਅਸੀਂ ਤੰਦੂਰ ਦਾ ਕੰਮ ਕਰਦੇ, ਇੰਨੀ ਸੇਕ ਦੇ ਵਿੱਚ ਗੈਸ ਦੇ ਵਿੱਚ ਰਹਿਣ ਵਾਲੇ। हमारे चैनल पर आने के लिए खुशामदीद। चैनल को सब्सक्राइब करें और बेल आइकन को ज़रूर क्लिक करें। अस्सलामुअलैकुम, मैं हूं आपका मेज़बान वाजिद और आप देख रहे हैं मेहमान न्यूज़। हमारे साथ शहीद बेटी का भाई मौजूद है जिन्होंने ख़ुद अपने हाथों से कब्र कुशाई की। क्या मामलात थे, कब्र कुशाई क्यों की गई, जानेंगे इनसे। अस्सलाम वालेकुम। वालेकुम सलाम। क्या हाल चाल है? शुक्र अल्लाह। आपका नाम? इमरान जी। इमरान भाई, हमें बताइए आखिरकार मामलात क्या थे कि कब्र कुशाई तक बात चली गई थी? ਉਹ ਜੀ ਉਹ ਸ਼ਾਦੀ ਦੀ ਰਾਤ ਉਹਨਾਂ ਦੋਵਾਂ, ਮੇਰੀ ਭੈਣ ਤੇ ਮੈਨੂੰ ਭਣਵਈਏ ਨੂੰ ਮਾਰ ਦਿੱਤਾ ਗਿਆ। ਪਰ ਉਹ ਜਦੋਂ ਸ਼ਾਦੀ ਦੀ ਪਹਿਲੀ ਰਾਤ ਹੀ ਅਸੀਂ ਉਧਰੋਂ 2:30 ਵਜੇ ਉਧਰੋਂ ਉੱਠ ਕੇ ਆਏ ਹਾਂ ਤੇ ਸਵੇਰ 4:30 ਵਜੇ ਗਏ ਆ ਤੇ ਮੇਰੀ ਭੈਣ ਨੇ ਕਿਹਾ ਉਹਨਾਂ ਨੂੰ ਬਿਠਾਓ। ਉਹਦੀ ਸ਼ਰਾਫਤ ਦੀ ਜਿਹੜੀ ਮਤਰੇਈ ਮਾਂ ਉਹਨੇ ਕਿਹਾ ਉਹਨਾਂ ਨੇ ਬੂਹਾ ਖੜਕਾਇਆ ਤੇ ਉਹ ਆਵਾਜ਼ ਮਾਰੀ ਤਾਂ ਨਹੀਂ ਉੱਠੇ। ਮੇਰੀ ਭੈਣ ਨੇ ਦਰਵਾਜ਼ਾ ਖੜਕਾਇਆ ਤੇ ਦਰਵਾਜ਼ਾ ਖੁੱਲ ਗਿਆ। ਵੇਖਿਆ ਅੰਦਰ ਜਾ ਕੇ ਤੇ ਮੇਰਾ ਭਰਾ, ਮੇਰਾ ਭਣਵਈਆ ਤੇ ਮੇਰੀ ਭੈਣ ਦੋਵੇਂ ਫੌਤ ਹੋਏ ਪੈਣ। ਤੇ ਉਹਨੇ ਰੋਲਾ ਪਾਇਆ, ਸਾਰੇ ਆਏ ਨੇ, ਉਹਨਾਂ ਨੂੰ ਬਾਹਰ ਕੱਢਿਆ, ਡਾਕਟਰ ਨੂੰ ਬੁਲਾਇਆ, ਉਹਨੇ ਕਿਹਾ ਜੀ ਉਹ ਫੌਤ ਹੋ ਗਏ। ਹਸਪਤਾਲ ਲਗਾਇਆ, ਉਹਨੇ ਕਿਹਾ ਇਹ ਕੀ ਬਣਿਆ, ਉਹਨੇ ਕਿਹਾ ਮੇਰੇ ਮਾਮੂ ਨੇ ਕਿਹਾ ਅੰਦਰ ਜਨਰੇਟਰ ਪਿਆ ਸੀ ਤੇ ਉਹਨਾਂ ਦੀ ਅੱਬਸ ਨਾਲ ਫੌਤ। ਅਸੀਂ ਤਾਂ ਜਨਰੇਟਰ ਅੰਦਰ ਵੇਖਿਆ ਹੀ ਨਹੀਂ। ਫਿਰ ਮੇਰਾ ਮਾਂ ਪਿਓ, ਮੇਰੇ ਭੈਣਾਂ ਭਰਾ ਸਾਰੇ ਮੁਤਬਿਨ ਹੋ ਗਿਆ ਪਰ ਮੈਂ ਨਹੀਂ ਹੋਇਆ। ਜਨਰੇਟਰ ਕਿੱਥੋਂ ਆਇਆ? ਜਨਰੇਟਰ ਹੈਗਾ ਸੀ ਪਰ ਉਹ ਬਾਹਰ ਪਿਆ ਸੀ। ਕਿੱਡਾ ਕੁ ਜਨਰੇਟਰ ਸੀ? 100 ਪਾਵਰ ਦਾ ਜਨਰੇਟਰ ਕਿੱਡਾ ਕੁ ਹੁੰਦਾ ਹੈ। ਤੇ ਅਸੀਂ ਤੰਦੂਰ ਦਾ ਕੰਮ ਕਰਨ ਵਾਲੇ। ਸ਼ਾਦੀ ਦੀ ਰਾਤ 2:30 ਵਜੇ ਅਸੀਂ ਉਧਰ ਉੱਠ ਕੇ ਆਣੇ, ਮਗਰ 1.5 ਘੰਟਾ ਸੀ। 1.5 ਘੰਟੇ ਜੋ ਕਿੰਨਾ ਕੁ ਸੌਂ ਗਿਆ ਹੋਣ। ਨਾਲੇ ਉਹ ਸੋਦੋਂ ਨਾ ਆਖਰ ਮੀਆਂ ਬੀਬੀ ਸੀ, ਉਹਨਾਂ ਗੱਲਾਂ ਬਾਤਾਂ ਵੀ ਕਰਨੀਆਂ, 100 ਗੱਲਬਾਤ ਹੁੰਦੀ। ਉਹ ਸੁੱਤੇ ਹੀ ਨਹੀਂ। ਉਹਨਾਂ ਦੀ ਜੇ ਸਾਹ ਘਟੀਂਦਾ ਜਨਰੇਟਰ ਮੰਨ ਲੈ, ਜਨਰੇਟਰ ਨਾਲ ਸਾਹ ਘਟੀਂਦਾ, ਉੱਠ ਕੇ ਦਰਵਾਜ਼ਾ ਖੜਕਾਂ ਦੇ, ਬੂਹਾ ਖੋਲਦੇ, ਕੁਛ ਵੀ ਹੁੰਦਾ। ਪਰ ਨਾਲੇ ਅਸੀਂ ਤੰਦੂਰ ਦਾ ਕੰਮ ਕਰਦੇ, ਇੰਨੀ ਸੇਕ ਦੇ ਵਿੱਚ ਗੈਸ ਦੇ ਵਿੱਚ ਰਹਿਣ ਵਾਲੇ ਬੰਦੇ, ਸਾਨੂੰ ਕੀ ਆ। ਤੁਸੀਂ ਕੀ ਕਹਿੰਦੇ ਹੋ ਕਿ ਕਿਸੇ ਹੋਰ ਨੇ ਇਹ ਕੰਮ ਕੀਤਾ? ਅਸੀਂ ਆਨੇ ਆ ਵੀ ਉਹਨਾਂ ਨੂੰ ਮਾਰਿਆ ਗਿਆ ਹੈ। ਤੇ ਕਿਹਨਾਂ ਨੇ ਮਾਰੇ? ਉਹ ਤਾਂ ਜਿਨ੍ਹਾਂ ਨੇ ਮਾਰਿਆ ਉਹ ਤਾਂ ਅਸੀਂ ਉਹਨਾਂ ਦਾ ਨਾਂ ਲਵਾਂਗੇ ਜਦੋਂ ਸਾਨੂੰ ਰਿਪੋਰਟ ਮਿਲੇਗੀ, ਕਿਉਂਕਿ ਸਾਡੀ ਹੁਣ ਕਬਰ ਕਸ਼ਾਈ ਹੋ ਗਈ 4 ਤਰੀਕ 10ਵੇਂ ਮਹੀਨੇ ਦੀ। ਉਹਨਾਂ 3 ਹਫ਼ਤਿਆਂ ਦਾ ਟਾਈਮ ਦਿੱਤਾ ਵੀ 3 ਹਫ਼ਤਿਆਂ ਬਾਅਦ ਤੁਹਾਨੂੰ ਰਿਪੋਰਟ ਦਿਆਂਗੇ। ਕਬਰ ਕੁਸ਼ਾਈ ਹੋਈ, ਮੁਆਵਜ਼ਾ ਹੈਗਾ ਸੀ, ਕੀ ਵੇਖਿਆ? ਮੈਂ ਤਾਂ ਮੇਰੇ ਨਾਲ ਅੰਬਰ ਸੀ, ਅਸੀਂ ਦੋਵਾਂ ਨੇ ਕਬਰ ਪੱਟੀ। ਕਬਰ ਪਾਟਣ ਲੱਗਿਆ ਨਾ ਤੇ ਅਸੀਂ ਪਹਿਲਾਂ ਟੱਪਾ ਮਾਰਿਆ ਤੇ ਸਾਡਾ ਦੋਵਾਂ ਦਾ ਦਿਲ ਡਰਦਾ ਸੀ, ਪਤਾ ਨਹੀਂ ਅੰਦਰ ਕੀ ਬਣਾ। ਬਿਲਕੁਲ ਜ਼ਾਹਿਰੀ ਗੱਲ ਹੈ। ਪਰ ਅਸੀਂ ਆਦੇ ਪੀਰ ਸਾਹਿਬ ਨੂੰ ਫੋਨ ਕੀਤਾ, ਬਾਬਾ ਜੀ ਇਹ ਗੱਲ ਤੇ ਆ ਬਾਤ, ਉਹਨਾਂ ਪੁੱਤਰ ਤੁਸੀਂ ਪੱਟੋ। ਅਸੀਂ ਪੱਟੀ। ਜਦੋਂ ਸਲੈਬਾਂ ਤੇ ਕਰ ਗਏ, ਵਿਚਲੀ ਸਲੈਬ ਪੁੱਟੀ ਤੇ ਵੇਖਿਆ ਤੇ ਮੇਰੀ ਭੈਣ ਉਵੇਂ ਹੀ ਕਫਨ ਉਵੇਂ ਹੀ ਪਿਆ ਚਿੱਟਾ, ਕੋਈ ਕਫਨ ਦੇ ਵਿੱਚ ਕੋਈ ਐਸਾ ਦਾਗ ਨਹੀਂ ਸੀ ਵੀ ਹੁੰਦਾ ਨਾ। ਇੰਨੀਆਂ ਬਾਰਿਸ਼ਾਂ ਵੀ ਹੋਈਆਂ ਨੇ। ਫਿਰ ਐਸੀ ਗੱਲ ਹੈ ਵੀ ਕੋਈ ਕੀੜਾ ਵੀ ਨਹੀਂ ਸੀ ਅੰਦਰ ਹੈਗਾ, ਕੋਈ ਕਿਸੇ ਅੰਬਰ ਦੀ ਸਮੈਲ ਨਹੀਂ ਸੀ, ਕੋਈ ਗੱਲ ਨਹੀਂ। ਅੰਦਰੋਂ ਮੈਨੂੰ ਠੰਡੀ ਹਵਾ ਹੀ ਆਈ। ਜ਼ਾਹਿਰੀ ਗੱਲ ਹੈ, ਸ਼ਹੀਦ ਹੈਗੇ ਸਨ, ਸ਼ਹੀਦ ਹਮੇਸ਼ਾ ਜ਼ਿੰਦਾ ਹੀ ਰਹਿੰਦੇ ਨੇ। ਕੋਈ ਮੈਸੇਜ ਵੀ ਆਉਂਦੇ ਰਹੇ ਨੇ, ਮਾਲੂਮ ਹੋਇਆ ਹੈ, ਉਹ ਕੀ ਮਾਮਲਾਤ ਹੈਗੇ? ਉਹ ਤਾਂ ਵੇਖੋ ਨਾ ਜੀ, ਲੋਕਾਂ ਨੇ ਤਾਂ ਬੜੇ ਬੜੇ ਫਤਵੇ ਲਾਏ ਨੇ, ਲੋ ਜੀ ਇਹ ਡਰਾਮੇ ਕਰਦੇ ਨੇ। ਕਿਉਂਕਿ ਮੇਰੀ ਉਹ ਭੈਣ ਕੋਲ ਮੋਬਾਈਲ ਪਹਿਲੇ ਚੱਲਦਾ ਸੀ, ਹੁਣ ਉਹ ਮੇਰੀ ਮਾਂ ਕੋਲ। ਮੇਰੀ ਮਾਂ ਨੂੰ ਤੇ ਇਹ ਨਹੀਂ ਪਤਾ ਮੇਰੇ ਪੁੱਤਰ ਦਾ, ਮੇਰੀ ਧੀ ਦਾ ਨੰਬਰ ਕਿਹੜਾ ਕਿਸੇ ਦਾ ਵੀ। ਉਸ ਨੰਬਰ ਤੋਂ ਮੇਰੀ ਭੈਣ ਦੂਸਰੀ ਨੂੰ ਮੈਸੇਜ ਆਇਆ ਵੀ ਤੁਹਾਡਾ ਪਹਿਲੇ ਆ ਰਹੇ ਤੇ ਫਿਰ ਤੁਹਾਡੀ ਜਿੱਤ ਤੇ। ਉਹ ਜੀ ਮੈਸੇਜ ਆਇਆ ਤਾਂ ਅਸੀਂ ਭੱਜੇ, ਆਦੀ ਮਾਂ ਦਾ ਮੋਬਾਈਲ ਫੜਿਆ ਤੇ ਉਹਦੇ ਵਿੱਚ ਤਾਂ ਨੰਬਰ ਹੀ ਕੋਈ ਨਹੀਂ, ਨਾ ਕੁਛ ਵੀ ਨਹੀਂ। ਉਧਰ ਮੇਰੀ ਭੈਣ ਦਾ ਨੰਬਰ ਸ਼ੋਅ ਹੁੰਦਾ ਪਿਆ। ਅਸੀਂ ਵੇਖਿਆ ਤੇ ਫਿਰ ਵੀ, ਪਰ ਇਹ ਗੱਲ ਹੈ ਵੀ ਅਸੀਂ ਤਾਂ ਦਿਲ ਤੋਂ ਸਾਡਾ ਮੁਤਮਿਨ ਹੋ ਗਿਆ ਕਿ ਸ਼ਾਇਦ ਸਾਡੀ ਭੈਣ ਨੇ ਮੈਸੇਜ ਕੀਤਾ। ਕਬਰ ਕੁਸ਼ਾਈ ਹੋਈ, ਕੀ ਡਾਕਟਰ ਨੇ ਕੋਈ ਰਿਪੋਰਟ ਦਿੱਤੀ, ਕੋਈ ਲਿਖ ਪੜ੍ਹ ਦਿੱਤੀ? ਕੁਛ ਵੀ ਨਹੀਂ ਦਿੱਤਾ। ਡਾਕਟਰ ਸਾਹਿਬ ਨੇ ਕਿਹਾ ਜੀ ਤੁਹਾਨੂੰ 3 ਹਫ਼ਤਿਆਂ ਬਾਅਦ ਰਿਪੋਰਟ ਮਿਲੇਗੀ। ਕੋਈ ਇਨਸਾਫ ਦੇ ਹਵਾਲੇ ਤੇ ਦੱਸੋ, ਕੋਈ ਇਨਸਾਫ ਮਿਲਿਆ ਤੁਹਾਨੂੰ? ਤਿਕਰ ਜ਼ਾਹਿਰੀ ਗੱਲ ਹੈ, ਮਾਮਲਾ 4 ਮਹੀਨੇ 10 ਦਿਨ ਹੋ ਗਏ ਨੇ। ਉਹ ਸਾਨੂੰ ਕੀ 4 ਮਹੀਨੇ ਦਾ ਮੈਂ ਅਦਾਲਤਾਂ 'ਚ ਧੱਕੇ ਖਾਂਦਾ ਰਿਹਾ। 4 ਮਹੀਨੇ 4 ਮਹੀਨੇ ਮੈਂ ਅਦਾਲਤਾਂ ਦੇ ਧੱਕੇ ਖਾਧੇ ਨੇ। ਇਕੱਲੇ ਨੇ ਅਦਾਲਤਾਂ ਅਦਾਲਤ ਦਾ ਬੂਹਾ ਖੜਕਾਇਆ। 4 ਮਹੀਨਿਆਂ ਬਾਅਦ ਮੈਂ ਇਹ ਆਣਾ ਵੀ ਗਰੀਬ ਬੰਦੇ ਵਾਸਤੇ ਕੁਛ ਨਹੀਂ ਹੈਗਾ। ਗਰੀਬ ਬੰਦੇ ਨੂੰ ਫੜਨਾ ਹੋਵੇ ਨਾ ਤਾਂ ਉਸੇ ਟਾਈਮ ਫੜ ਲੈਂਦੇ ਨੇ, ਅਮੀਰ ਬੰਦੇ ਨੂੰ ਫੜਨ ਲੱਗਿਆ ਵੀ ਡਰਦੇ ਨੇ। ਪਰ ਸਾਡੇ ਗਰੀਬ ਬੰਦਿਆਂ ਵਾਸਤੇ ਅਦਾਲਤ ਨੇ, ਸਾਡੀ ਜੇਬ 'ਚ ਕੋਈ ਲੱਖ 2-4 ਲੱਖ ਰੁਪਈਆ ਹੋਵੇ ਨਾ, ਦਸਤੀ ਇਨਸਾਫ 4 ਮਹੀਨੇ ਕਿ ਮੈਂ 10 ਦਿਨਾਂ ਬਾਹਰ ਮੈਨੂੰ ਇਹਨਾਂ ਆਰਡਰ ਹੋ ਜਾਣੇ ਸੀ। ਪਰ ਮੈਂ ਇਹ ਚਾਹਨਾ ਵੀ ਵਰੀਜ਼ੇ ਆਦਮਾਂ ਵਾਸਤੇ, ਸਾਰਾ ਵਾਸਤੇ, ਅਮੀਰ ਬੰਦਿਆਂ ਵਾਸਤੇ ਰਾਤ ਦੇ 12 ਵਜੇ ਅਦਾਲਤਾਂ ਖੁੱਲ੍ਹ ਜਾਂਦੀਆਂ ਨੇ। ਆਈਜੀ ਪੰਜਾਬ ਦੇਖ ਰਹੇ ਨੇ, ਪੂਰਾ ਪਾਕਿਸਤਾਨ ਦੇਖ ਰਿਹਾ, ਤੁਹਾਨੂੰ ਸੁਣ ਰਿਹਾ ਹੈ, ਕੋਈ ਪੈਗਾਮ ਦੇਣਾ ਚਾਹੁੰਦੇ ਹੋ? ਮੈਂ ਆਈਜੀ ਸਾਹਿਬ ਨੂੰ, ਵਰੀਜ਼ੇ ਆਜ਼ਮ ਸਾਹਿਬ ਨੂੰ, ਸਾਰਿਆਂ ਨੂੰ ਇਹ ਪੈਗਾਮ ਦੇਣਾ ਚਾਹਨਾ ਵੀ ਸਾਡਾ ਜਲਦ ਤੋਂ ਜਲਦ ਐਕਸ਼ਨ ਲਿੱਤਾ ਜਾਵੇ।
ਪਰ ਸਾਡੀ ਰਿਪੋਰਟ ਨਾ ਵਿਕੇ। ਮੈਂ ਆਣਾ ਪਾਕਿਸਤਾਨ ਹੈ, ਮੈਨੂੰ ਯਕੀਨ ਨਹੀਂ ਹੈਗਾ ਇਸ ਗੱਲ ਦਾ ਵੀ ਕੀ ਪਤਾ ਸਾਡੀ ਰਿਪੋਰਟ ਵੇਖ ਜਾਏ ਸਾਨੂੰ ਝੂਠਾ ਕਰਨ ਵਾਸਤੇ। ਪਰ ਉਤੋਂ ਸਾਨੂੰ ਉਹ ਧਮਕੀਆਂ ਲਾਉਂਦੇ ਨੇ ਵੀ ਇੱਕ ਵਾਰੀ ਰਿਪੋਰਟ ਆ ਲਿਆਂਦੇ ਵੀ ਤੁਹਾਡੇ ਨਾਲ ਨਿਬੜਨਾ ਦੇ। ਮੇਰਾ ਮਾਮੂ ਨੇ ਮੈਨੂੰ ਇਹ ਧਮਕੀ ਸਾਨੂੰ ਲਾਈ ਏ ਵੀ ਮੇਰੀ ਭੈਣ ਨੂੰ ਫੋਨ ਕਰਕੇ ਵੀ ਇੱਕ ਵਾਰੀ ਸਾਡੀ ਰਿਪੋਰਟ ਤੁਹਾਡੀ ਆ ਲੈਂਦੇ ਮੈਂ ਤੁਹਾਡੇ ਨਾਲ ਫਿਰ ਨਿਬੜਨਾ। ਉਹਨਾਂ ਨੂੰ ਪਤਾ ਹੈ ਨਾ ਅਸੀਂ ਖਰੀਦ ਲਾਂਗੇ। जी तो नाज़रीन, ये था वो मामला कि एक बेटी को शहीद कर दिया गया और उसके बावजूद उन्हें धमकियां दी जा रही हैं कि रिपोर्ट आने दो। आखिरकार आईजी साहब भी अगर ये वीडियो देख रहे हैं, उनसे खुसूसन दरख्वास्त है कि इनके साथ खड़े हों, इनके लिए और इनकी फैमिली के लिए मुकम्मल सपोर्ट की जाए। और इसी के साथ अपने मेज़बान को इजाज़त दीजिएगा। अल्लाह हाफिज़।